ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਪੰਜਾਬੀ ਇਕਾਂਗੀ ਕਿਰਤ ਦਸਤਕਾਰ ਦੀ ਰਿਵੀਜ਼ਨ ਕਰਾਂਗੇ। ਕਿਰਤ ਦਸਤਕਾਰ ਇਕਾਂਗੀ ਆਪਾਂ ਪਹਿਲਾਂ ਕਰ ਚੁੱਕੇ ਹੋਏ ਹਾਂ। ਇਹਨਾਂ ਵਿੱਚੋਂ ਤੁਹਾਨੂੰ 1-1 ਨੰਬਰ ਅਤੇ 3-3 ਨੰਬਰ ਵਾਲੇ ਪ੍ਰਸ਼ਨ ਆਉਣਗੇ, ਅਤੇ ਇਸ ਕਰਕੇ ਅੱਜ ਆਪਾਂ ਇਹਨਾਂ ਪ੍ਰਸ਼ਨ ਉੱਤਰਾਂ ਦੀ ਆਪਾਂ ਦੁਹਰਾਈ ਕਰ ਲਵਾਂਗੇ। ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਆਪਾਂ ਇਸ ਇਕਾਂਗੀ ਦੇ ਸੰਖੇਪ ਦੇ ਵਿੱਚ ਇਹਦਾ ਵਰਣਨ ਦੇ ਦਈਏ ਵੀ ਕਿਰਤ ਇਕਾਂਗੀ ਜਿਹੜੀ ਹੈਗੀ ਹੈ ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਟਕਕਾਰ ਡਾਕਟਰ ਹਰਚਰਨ ਸਿੰਘ ਜੀ ਦੀ ਰਚਨਾ ਹੈ। ਇਸ ਇਕਾਂਗੀ ਦੇ ਵਿੱਚ ਦੋ ਵਿਅਕਤੀਆਂ ਦੀ ਮਾਨਸਿਕਤਾ ਨੂੰ ਬਿਆਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਖੁੱਲ੍ਹੇ ਡੁੱਲੇ ਸੁਭਾਅ ਦਾ ਮਾਲਕ ਹੈ ਅਤੇ ਦੂਸਰਾ ਕੰਜੂਸ ਵਿਅਕਤੀ ਹੈ। ਜਿਹੜਾ ਖੁੱਲ੍ਹੇ ਡੁੱਲੇ ਸੁਭਾਅ ਦਾ ਮਾਲਕ ਹੈ ਉਸ ਦਾ ਨਾਮ ਕੇਸਰ ਹੈ, ਅਤੇ ਜਿਹੜਾ ਕੰਜੂਸ ਸੁਭਾਅ ਦਾ ਹੈ ਉਹ ਸੇਠ ਹੈ। ਜਿਹੜਾ ਕਿ ਸਮਾਜ ਦੇ ਵਿੱਚ ਜਿਹੜੇ ਬੱਚੇ ਕੰਮ ਕਰਕੇ ਮਿਹਨਤ ਕਰਕੇ ਕਮਾਉਂਦੇ ਆ, ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ। ਇਹ ਸਾਰੀ ਕਹਾਣੀ ਇੱਕ ਕਿਸ਼ਨ ਨਾਮ ਦੇ ਮੁੰਡੇ ਦੇ ਆਲੇ ਦੁਆਲੇ ਵਾਪਰਦੀ ਹੈ। ਕਿਸ਼ਨ ਨਾਮ ਦਾ ਮੁੰਡਾ ਜਿਹੜਾ ਕਿ 9ਵੀਂ ਜਮਾਤ ਵਿੱਚ ਪੜ੍ਹਦਾ ਹੈ, ਪਰੰਤੂ ਉਸਦੇ ਪਿਤਾ ਜੀ ਦੀ ਪਾਕਿਸਤਾਨ ਬਣਨ ਵੇਲੇ ਡੈਥ ਹੋ ਗਈ ਸੀਗੀ, ਉਹਨਾਂ ਦੀ ਹੱਤਿਆ ਹੋ ਗਈ ਸੀ, ਅਤੇ ਉਹ ਆਪਣੀ ਮਾਂ ਦੇ ਨਾਲ ਮਤਲਬ ਦਿੱਲੀ ਦੇ ਵਿੱਚ ਰਹਿ ਰਿਹਾ ਹੈ। ਅਤੇ ਆਪਣੀ ਪੜ੍ਹਾਈ ਦਾ ਖਰਚਾ ਕਰਨ ਦੇ ਲਈ ਉਹ ਸਕੂਲ ਤੋਂ ਬਾਅਦ ਸ਼ਾਮ ਨੂੰ ਉਹ ਬੂਟ ਪਾਲਿਸ਼ ਕਰਦਾ ਹੈ, ਅਤੇ ਬੂਟ ਪਾਲਿਸ਼ ਕਰਕੇ ਉਹਨੂੰ ਜਿਹੜੇ ਪੈਸੇ ਮਿਲਦੇ ਆ ਉਹਦੇ ਨਾਲ ਉਹ ਆਪਣੀਆਂ ਕਿਤਾਬਾਂ ਅਤੇ ਫੀਸ ਕੱਢ ਲੈਂਦਾ ਹੈ। ਅਤੇ ਉਸਦੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਉਹ ਘਰ ਦਾ ਰਾਸ਼ਨ ਪਾਣੀ ਲੈ ਆਉਂਦੀ ਹੈ, ਘਰ ਦਾ ਖਰਚਾ ਚਲਾ ਦਿੰਦੀ ਹੈ। ਅਤੇ ਜਿਸ ਦੇ ਕਾਰਨ ਸੇਠ ਜਿਹੜਾ ਹੈਗਾ ਵਾ ਜਿਹੜਾ ਉਹ ਮਿਹਨਤ ਦਾ ਮੁੱਲ ਨਾ ਦਿੰਦਾ ਹੋਇਆ, ਉਹ ਸਮਾਜ ਦੇ ਵਿੱਚ ਜਿਹੜੇ ਮਿਹਨਤੀ ਮੁੰਡੇ ਹੈ ਉਹਨੂੰ ਨੀਵਾਂ ਸਮਝਦਾ ਹੈ। ਅਤੇ ਅਖੀਰ ਦੇ ਵਿੱਚ ਕੀ ਹੈ, ਜਦੋਂ ਉਹ ਉਸ ਨੂੰ ਬੂਟ ਪਾਲਿਸ਼ ਕਰਨ ਵਾਲੇ ਕ੍ਰਿਸ਼ਨ ਨੂੰ ਉਹ ਧੱਕਾ ਮਾਰਦਾ ਹੈ, ਤਾਂ ਸਾਰੇ ਜਿਹੜੇ ਹੈ ਸੇਠ ਨੂੰ ਸਬਕ ਸਿਖਾਉਂਦੇ ਹਨ, ਅਤੇ ਸੇਠ ਨੂੰ ਝੁਕਣਾ ਪੈਂਦਾ ਹੈ, ਅਤੇ ਉਹ ਮੁੰਡੇ ਦੀ ਆਰਥਿਕ ਮਦਦ ਕਰਦਾ ਹੈ। ਇਹ ਸਾਰੀ ਕਹਾਣੀ ਸੀਗੀ। ਹੁਣ ਅੱਜ ਆਪਾਂ ਇਹਦੇ ਕੁਐਸਚਨ ਆਨਸਰ ਇਸਦੀ ਰਿਵੀਜ਼ਨ ਕਰਾਂਗੇ। ਹਾਂਜੀ, ਇਹਨਾਂ ਵਿੱਚੋਂ ਤੁਹਾਨੂੰ 1-1 ਨੰਬਰ ਅਤੇ 3-3 ਨੰਬਰ ਵਾਲੇ ਪ੍ਰਸ਼ਨ ਆਉਣਗੇ। ਸਭ ਤੋਂ ਪਹਿਲਾਂ ਕਿ ਡਾਕਟਰ ਹਰਚਰਨ ਸਿੰਘ ਪੰਜਾਬੀ ਸਾਹਿਤ ਵਿੱਚ ਕਿਸ ਲਈ ਪ੍ਰਸਿੱਧ ਹਨ? ਨਾਟਕਾਂ ਕਰਕੇ। ਡਾਕਟਰ ਹਰਚਰਨ ਸਿੰਘ ਜਿਸ ਨੇ ਕਿਰਤ ਦਸਤਕਾਰ ਇਕਾਂਗੀ ਲਿਖੀ ਹੈ, ਉਹ ਕਿਹਨਾਂ ਕਰਕੇ ਪ੍ਰਸਿੱਧ ਹਨ? ਨਾਟਕਾਂ ਕਰਕੇ। ਕਿਰਤ ਦਸਤਕਾਰ ਇਕਾਂਗੀ ਦੀ ਘਟਨਾ ਕਿਹੜੇ ਸ਼ਹਿਰ ਵਿੱਚ ਵਾਪਰਦੀ ਹੈ? ਦਿੱਲੀ ਵਿੱਚ। ਇਕਾਂਗੀ ਦੇ ਸ਼ੁਰੂ ਹੋਣ ਸਮੇਂ ਬੱਸ ਸਟੈਂਡ ਉੱਪਰ ਕਿੰਨੇ ਆਦਮੀ ਖੜ੍ਹੇ ਸਨ? 3 ਆਦਮੀ। ਇਸ ਇਕਾਂਗੀ ਵਿੱਚ ਕੁੱਲ 10 ਪਾਤਰ ਹੈ, ਪਰੰਤੂ ਜਦੋਂ ਇਕਾਂਗੀ ਸ਼ੁਰੂ ਹੁੰਦੀ ਹੈ ਉਸ ਵੇਲੇ ਬੱਸ ਸਟੈਂਡ ਉੱਪਰ ਕਿੰਨੇ ਆਦਮੀ ਖੜ੍ਹੇ ਹੁੰਦੇ ਆ? 3। ਕਿਹੜੇ 3 ਆਦਮੀ ਖੜ੍ਹੇ ਹੁੰਦੇ ਆ? ਇੱਕ ਤਾਂ ਕੇਸਰ ਖੜ੍ਹਾ ਹੁੰਦਾ, ਇੱਕ ਔਰਤ ਖੜ੍ਹੀ ਹੁੰਦੀ ਹੈ, ਅਤੇ ਇੱਕ ਸੇਠ ਖੜ੍ਹਾ ਹੁੰਦਾ ਹੈ। ਹਾਂਜੀ, ਦੁੱਧ ਚਿੱਟੀ ਧੋਤੀ ਟੋਪੀ ਅਤੇ ਖੱਦਰ ਦਾ ਕੁੜਤਾ ਕਿਸ ਨੇ ਪਾਇਆ ਹੋਇਆ ਸੀ? ਸੇਠ ਨੇ। ਆਧੁਨਿਕ ਰੰਗ ਢੰਗ ਦੀ ਇਸਤਰੀ ਕਿਸ ਨੂੰ ਬੁਰਾ ਨਹੀਂ ਸਮਝਦੀ? ਹਾਸੇ ਮਖੌਲ ਨੂੰ। ਜਿੱਥੇ ਜਨਾਨੀ ਹੋਵੇ ਇਉਂ ਲੱਗਦਾ ਹੈ ਜਿੱਥੇ ਪਰਿਵਾਰ ਵਿੱਚ ਬੈਠੇ ਹੁੰਦੇ ਹਨ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਕੇਸਰ ਨੇ ਇਸਤਰੀ ਨੂੰ ਕਹੇ। ਸੇਠ ਕਿਸ ਤਰ੍ਹਾਂ ਦਾ ਆਦਮੀ ਸੀ? ਕੰਜੂਸ। ਜਿੱਥੇ ਲੋਕੀ ਉਡੀਕ ਵਿੱਚ ਹੋਣ ਉੱਥੇ ਕੌਣ ਜ਼ਰੂਰ ਪੁੱਜਦੇ ਹਨ? ਬੂਟ ਪਾਲਿਸ਼ ਕਰਨ ਵਾਲੇ। ਮੁੰਡੇ ਦੀ ਮਾਂ ਕਿਹੜੇ ਕੰਮ ਕਰਕੇ ਰੋਟੀ ਜੋਗੇ ਪੈਸੇ ਕਮਾ ਲੈਂਦੀ ਸੀ? ਕੱਪੜੇ ਸਿਉਂ ਕੇ, ਲੋਕਾਂ ਦੇ ਕੱਪੜੇ ਸਿਉਂ ਕੇ। ਮੁੰਡਾ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ? 9ਵੀਂ। ਮੁੰਡਾ ਇਹਦੇ ਵਿੱਚ ਜਿਹੜੀ ਪੜ੍ਹਾਈ ਦੀ ਗੱਲ ਕੀਤੀ ਹੈ ਉਹ ਕਿਸ਼ਨ ਬਾਰੇ ਗੱਲ ਕੀਤੀ ਹੈ। ਕਿਸ਼ਨ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ? 9ਵੀਂ ਵਿੱਚ। ਇਸਤਰੀ ਮੁੰਡੇ ਨੂੰ ਆਪਣੇ ਪਰਸ ਵਿੱਚੋਂ ਕਿੰਨੇ ਪੈਸੇ ਕੱਢ ਕੇ ਦਿੰਦੀ ਹੈ? ਦੁਆਨੀ। ਮਾਈ ਦੇ ਬੱਚੇ ਕਿੰਨੇ ਦਿਨਾਂ ਦੇ ਭੁੱਖੇ ਸਨ? 3 ਦਿਨਾਂ ਦੀ। ਸੇਠ ਨੇ ਮੁੰਡੇ ਨੂੰ ਬੂਟ ਪਾਲਿਸ਼ ਕਰਵਾਉਣ ਦੇ ਕਿੰਨੇ ਪੈਸੇ ਦਿੱਤੇ? 1 ਆਨਾ। ਇਕਾਂਗੀ ਵਿੱਚ ਕੁੱਲ ਕਿੰਨੇ ਪਾਤਰ ਹਨ? ਉਹਨਾਂ ਬਾਰੇ ਜਾਣਕਾਰੀ ਦਿਓ। ਕਿਰਤ ਦਸਤਕਾਰ ਇਕਾਂਗੀ ਵਿੱਚ ਲਗਭਗ 10 ਪਾਤਰ ਹਨ। ਇਹ ਪਾਤਰ ਇਹਨਾਂ ਦੇ ਨਾਮ ਹੈ: ਸਵਾਰੀ, ਕੇਸਰ, ਸੇਠ, ਇਸਤਰੀ, ਮੁੰਡਾ, ਮਾਈ, ਅਖਬਾਰ ਵਾਲਾ, ਚੁੰਨੀ ਲਾਲ ਕੌਣ ਹੈ? ਵਪਾਰੀ ਦਾ ਮੁਨਸ਼ੀ ਹੈ। ਮੰਗਤੀ ਆਉਂਦੀ ਹੈ, ਮਾਸਟਰ ਜੀ, ਅਤੇ 2-3 ਖਿਡਾਰੀ ਮੁੰਡੇ। ਇਹ ਟੋਟਲ 10 ਪਾਤਰ ਹੈ। ਡਾਕਟਰ ਹਰਚਰਨ ਸਿੰਘ ਦਾ ਕਿਹੜਾ ਇਕਾਂਗੀ ਤੁਹਾਡੇ ਸਿਲੇਬਸ ਵਿੱਚ ਹੈ? ਕਿਰਤ ਦਸਤਕਾਰ। ਕਿਰਤ ਦਸਤਕਾਰ ਇਕਾਂਗੀ ਵਿੱਚ ਕਿਹੜੇ ਸਾਲ ਦਾ ਜ਼ਿਕਰ ਕੀਤਾ ਗਿਆ ਹੈ? ਸੰਨ 1955। ਕੇਸਰ ਕਿਸ ਤਰ੍ਹਾਂ ਦੇ ਸੁਭਾਅ ਦਾ ਬੰਦਾ ਹੈ? ਖੁੱਲ੍ਹੇ ਡੁੱਲੇ ਸੁਭਾਅ ਦਾ। ਬੱਸ ਉੱਪਰ ਖੜ੍ਹੀ ਇਸਤਰੀ ਕਿਸ ਦੀ ਉਡੀਕ ਕਰ ਰਹੀ ਹੈ? ਬੱਸ ਦੀ। ਸੇਠ ਦਾ ਸਰੀਰ ਕਿਸ ਤਰ੍ਹਾਂ ਦਾ ਹੈ? ਮੋਟਾ ਅਤੇ ਭਾਰਾ। ਔਰਤ ਦੇਖਣ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ? ਆਧੁਨਿਕ ਰੰਗ ਢੰਗ ਦੀ। ਸਵਾਰੀ ਨੂੰ ਕਿੰਨੇ ਨੰਬਰ ਦੀ ਬੱਸ ਚਾਹੀਦੀ ਹੈ? 13 ਨੰਬਰ ਦੀ। ਹਜ਼ਾਰਾਂ ਰੁਪਇਆਂ ਦਾ ਨੁਕਸਾਨ ਕਿਸ ਦਾ ਹੋ ਰਿਹਾ ਹੈ? ਸੇਠ ਦਾ। ਸਭ ਬਾਬੂ ਲੋਕ ਕਿੱਥੇ ਚਲੇ ਗਏ? ਆਪੋ ਆਪਣੇ ਦਫ਼ਤਰਾਂ ਵਿੱਚ। ਕੇਸਰ ਅਨੁਸਾਰ ਸੇਠ ਕਿਸ ਅਸੂਲ ਦਾ ਕਾਇਲ ਹੈ? ਜਿਹੜਾ ਸੇਠ ਹੈ
ਉਹ ਪੈਸਾ ਲਾ ਕੇ ਰਾਜੀ ਨਹੀਂ। ਤਾਂ ਕੇਸਰ ਜਿਹੜਾ ਹਾਸੇ ਮਖੌਲ ਵਾਲਾ ਬੰਦਾ ਹੈ ਉਸ ਨੂੰ ਕਹਿੰਦਾ ਹੈ ਚਮੜੀ ਜਾਏ ਪਰ ਦਮੜੀ ਨਾ ਜਾਏ। ਚਮੜੀ ਦਾ ਮਤਲਬ ਚਾਹੇ ਸਰੀਰ ਨੂੰ ਨੁਕਸਾਨ ਹੋ ਜਾਏ ਪਰ ਦਮੜੀ ਮਤਲਬ ਪਰ ਮੇਰਾ ਪੈਸਾ ਨਹੀਂ ਲੱਗਣਾ ਚਾਹੀਦਾ। ਵੀ ਸੇਠ ਇਸ ਸੁਭਾਅ ਦਾ ਮਾਲਕ ਹੈ, ਚਮੜੀ ਜਾਏ ਪਰ ਦਮੜੀ ਨਾ ਜਾਏ। ਭਾਰਤ ਪਾਕਿਸਤਾਨ ਦੀ ਵੰਡ ਸਮੇਂ ਕਿਸ ਦਾ ਕਤਲ ਹੋ ਗਿਆ ਸੀ? ਜਿਹੜਾ ਬੂਟ ਪਾਲਿਸ਼ ਕਰਨ ਵਾਲਾ ਕਿਸ਼ਨ ਉਹਦੇ ਮੁੰਡੇ ਦੇ ਬਾਪ ਦਾ। ਬੂਟ ਪਾਲਿਸ਼ ਕਰਨ ਵਾਲੇ ਕਿਸ਼ਨ ਉਹਦੇ ਬਾਪ ਦਾ। ਕਿਹੜੇ ਵਿਦਿਆਰਥੀ ਆਪ ਕਮਾ ਕੇ ਪੜ੍ਹਦੇ ਹਨ? ਬਾਹਰਲੇ ਮੁਲਕਾਂ ਦੇ ਵਿਦਿਆਰਥੀ। ਸਾਡੇ ਦੇਸ਼ ਵਿੱਚ ਅਜੇ ਕੰਮ ਦਾ ਸਤਿਕਾਰ ਨਹੀਂ। ਇਹ ਸ਼ਬਦ ਕਿਸ ਨੇ ਕਿਸ ਨੂੰ ਆਖੇ? ਇਹ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਨੇ ਉਸ ਇਸਤਰੀ ਨੂੰ ਆਖੇ। ਜਦੋਂ ਉਸਦੇ ਜਿਹੜੀ ਇਸਤਰੀ ਹੁੰਦੀ ਹੈ ਉਹਦੀ ਮਿਹਨਤ ਦਾ ਪੂਰਾ ਮੁੱਲ ਦਿੰਦੀ ਹੈ, ਪਰੰਤੂ ਸੇਠ ਉਹਦੇ ਮਿਹਨਤ ਦਾ ਪੂਰਾ ਮੁੱਲ ਨਹੀਂ ਦਿੰਦਾ, ਤਾਂ ਉਹ ਸੇਲੇ ਜਿਹੜਾ ਬੂਟ ਪਾਲਿਸ਼ ਕਰਨ ਵਾਲਾ ਇਸਤਰੀ ਨੂੰ ਕਹਿੰਦਾ ਕਿ ਹਜੇ ਸਾਡੇ ਸਮਾਜ ਦੇ ਵਿੱਚ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਜੋੜੇ ਸਾਫ਼ ਕਰਨ ਨਾਲ ਕੀ ਹੁੰਦਾ ਹੈ? ਜੋੜੇ ਸਾਫ਼ ਕਰਨ ਦੇ ਨਾਲ ਸਾਡੇ ਪਾਪ ਲੱਥਦੇ ਹਨ ਅਤੇ ਮਨ ਵਿੱਚ ਨਿਮਰਤਾ ਵੱਧਦੀ ਹੈ। ਸੇਠ ਦੇ ਪੈਸੇ ਦੇ ਕੇ 2 ਪੈਸੇ ਦੇ ਕੇ ਆਪਣੇ ਬੂਟ ਕਿੱਥੋਂ ਪਾਲਿਸ਼ ਕਰਵਾਉਂਦਾ ਸੀ? ਚਾਂਦਨੀ ਚੌਂਕ 'ਚ। ਹਾਂਜੀ, ਹੁਣ ਇਹਨਾਂ ਵਿੱਚੋਂ ਆਪਾਂ ਜਿਹੜੇ ਹੈਗੇ ਆ ਵੱਡੇ ਪ੍ਰਸ਼ਨ ਜਿਹੜੇ ਉਹ ਇਹਨਾਂ 'ਚੋਂ 1 ਜਾਂ 3 ਨੰਬਰ ਵਾਲੇ ਕੁਐਸਚਨ ਆਣੇ ਆ। 1 ਨੰਬਰ ਵਾਲੇ ਕੁਐਸਚਨ ਹੈ ਜਦੋਂ ਤੁਸੀਂ ਇਕਾਂਗੀ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਹੋਰ ਵੀ ਨਿੱਕੇ ਕੁਐਸਚਨ ਨਿਕਲ ਆਉਣਗੇ, ਉਹ ਤੁਸੀਂ ਸਾਰੇ ਇਕਾਂਗੀ ਨੂੰ ਧਿਆਨ ਨਾਲ ਪੜ੍ਹਨਾ। ਹੁਣ ਆਪਾਂ ਵੱਡੇ ਪ੍ਰਸ਼ਨਾਂ ਵਾਲੇ ਉੱਤਰ ਇਹਨਾਂ ਨੂੰ ਆਪਾਂ ਕਰਾਂਗੇ। ਬੱਸ ਸਟਾਪ ਦਾ ਦ੍ਰਿਸ਼। ਬੱਸ ਸਟਾਪ ਜਿੱਥੇ ਸਾਰੀ ਵਾਪਰਦੀ ਹੈ ਘਟਨਾ ਵਾਪਰਦੀ ਹੈ ਉਹਦਾ ਦ੍ਰਿਸ਼। ਇਕਾਂਗੀਕਾਰ ਡਾਕਟਰ ਹਰਚਰਨ ਸਿੰਘ ਨੇ ਆਪਣੀ ਇਕਾਂਗੀ ਕਿਰਤ ਦਸਤਕਾਰ ਵਿੱਚ ਸੰਨ 1955 ਵਿੱਚ ਦਿੱਲੀ ਦੀ ਇੱਕ ਬਸਤੀ ਦੇ ਬੱਸ ਸਟਾਪ ਦਾ ਵਰਣਨ ਕੀਤਾ ਹੈ। ਪਹਿਲਾਂ ਇਹ ਵਰਣਨ ਕਿਹਨੇ ਕੀਤਾ? ਡਾਕਟਰ ਹਰਚਰਨ ਸਿੰਘ ਨੇ। ਕਿਹੜੀ ਇਕਾਂਗੀ ਵਿੱਚ? ਕਿਰਤ ਦਸਤਕਾਰ ਦੇ ਵਿੱਚ ਬੱਸ ਸਟਾਪ ਦਿੱਲੀ ਦੀ ਇੱਕ ਬਸਤੀ ਉਹਦਾ ਬੱਸ ਸਟਾਪ ਦਾ ਵਰਣਨ ਕੀਤਾ ਹੈ। ਉਸ ਬੱਸ ਅੱਡੇ ਉੱਪਰ 3 ਬੰਦੇ ਅਤੇ 1 ਇਸਤਰੀ ਬੱਸ ਦੀ ਉਡੀਕ ਕਰਨ ਵਿੱਚ ਖੜੇ ਪੇਸ਼ ਕੀਤੇ ਗਏ ਹਨ। ਉਹਨਾਂ 'ਚ ਇੱਕ ਮੋਟਾ ਭਾਰਾ ਸੇਠ ਵੀ ਹੈ ਜਿਸ ਨੇ ਚਿੱਟੀ ਟੋਪੀ ਅਤੇ ਸ਼ੁੱਧ ਖੱਦਰ ਦੇ ਕੱਪੜੇ ਪਾਏ ਹੋਏ ਹਨ। ਦੇਖਣ ਨੂੰ ਭਾਵੇਂ ਸੇਠ ਦੇਸ਼ ਭਗਤ ਲੱਗਦਾ ਹੈ ਪਰ ਅਸਲ ਵਿੱਚ ਉਹਦਾ ਸੋਨੇ ਚਾਂਦੀ ਦਾ ਵਪਾਰ ਹੈ। ਹੁਣ ਕੁਐਸਚਨ ਤੁਹਾਨੂੰ 1 ਨੰਬਰ 'ਚ ਇਹ ਵੀ ਇਸਦਾ ਸੇਠ ਕਿਸ ਚੀਜ਼ ਦਾ ਵਪਾਰ ਕਰਦਾ ਹੈ? ਸੋਨੇ ਚਾਂਦੀ ਦਾ। ਸੇਠ ਕੁਝ ਕਾਹਲੀ ਵਿੱਚ ਹੈ ਅਤੇ ਘਬਰਾਹਟ ਵਿੱਚ ਹੈ। ਸੇਠ ਕਾਹਲੀ ਅਤੇ ਘਬਰਾਹਟ ਵਿੱਚ ਕਿਉਂ ਹੈ? ਕਿਉਂਕਿ ਦੁਕਾਨ ਖੋਲ੍ਹਣ ਦਾ ਟਾਈਮ ਹੋ ਗਿਆ ਅਤੇ ਬੱਸ ਹਜੇ ਤੱਕ ਨਹੀਂ ਆਈ ਸੀ। ਉਸ ਦੇ ਨਾਲ ਹੀ ਉਸਦਾ ਮੁਨਸ਼ੀ ਚੁੰਨੀ ਲਾਲ ਵੀ ਖੜਾ ਹੈ। ਜਿਹੜਾ ਮੁਨਸ਼ੀ ਹੈ ਉਹ ਕਿਹਦਾ? ਜਿਹੜਾ ਚੁੰਨੀ ਲਾਲ ਹੈ ਉਹ ਕਿਸ ਦਾ ਮੁਨਸ਼ੀ ਹੈ? ਉਹ ਸੇਠ ਦਾ ਮੁਨਸ਼ੀ ਹੈ। ਕਤਾਰ ਦੇ ਵਿੱਚ ਤੀਸਰਾ ਬੰਦਾ ਕੇਸਰ ਹੈ। ਪਹਿਲਾ ਸੇਠ, ਦੂਸਰੀ ਔਰ ਇਸਤਰੀ ਹੈ, ਤੀਸਰਾ ਕੇਸਰ ਹੈ, ਜੋ ਕਿ ਗੱਲਾਂ ਬਾਤਾਂ ਤੋਂ ਮਜ਼ਾਕੀਆ ਸੁਭਾਅ ਦਾ ਲੱਗਦਾ ਹੈ। ਮਜ਼ਾਕੀਆ ਅਤੇ ਖੁੱਲ੍ਹੇ ਡੁੱਲੇ ਸੁਭਾਅ ਦਾ ਹੈ। ਚੌਥੀ ਆਧੁਨਿਕ ਰੰਗ ਢੰਗ ਦੀ ਮੱਧ ਵਰਗੀ ਸੋਚ ਦੀ ਧਾਰਨੀ ਇਸਤਰੀ ਹੈ ਜੋ ਹਾਸੇ ਮਖੌਲ ਨੂੰ ਬੁਰਾ ਨਹੀਂ ਸਮਝਦੀ। ਬੱਸ ਸਟਾਪ 'ਤੇ ਪਾਤਰ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਹਨ। ਬੱਸ ਸਟਾਪ 'ਤੇ ਇੱਕ ਹੋਰ ਸਵਾਰੀ ਵੀ ਆਉਂਦੀ ਹੈ ਜਿਨ੍ਹਾਂ ਨੇ ਵੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਇਹਨਾਂ ਸਾਰਿਆਂ ਨੇ 13 ਨੰਬਰ ਦੀ ਬੱਸ ਵਿੱਚ ਜਾਣਾ ਹੈ। 13 ਨੰਬਰ ਦੀ ਬੱਸ ਨਿਕਲ ਚੁੱਕੀ ਹੁੰਦੀ ਹੈ ਜਿਸ ਕਰਕੇ ਖੜੇ ਉੱਥੇ ਗੱਲਾਂ ਮਾਰ ਰਹੇ ਹਨ। ਇੱਥੇ ਹੀ ਬੂਟ ਪਾਲਿਸ਼ ਕਰਨ ਵਾਲਾ ਇੱਕ ਮੁੰਡਾ ਆਉਂਦਾ ਹੈ ਜਿਸ ਦੇ ਆਲੇ ਦੁਆਲੇ ਇਕਾਂਗੀ ਆਪਣੀ ਸਿਖਰ ਵੱਲ ਨੂੰ ਵੱਧਦੀ ਹੈ। ਇਹ ਸਾਰੀ ਇਕਾਂਗੀ ਕਿਹਦੇ ਆਲੇ ਦੁਆਲੇ ਘੁੰਮਦੀ ਹੈ? ਇੱਕ ਬੂਟ ਪਾਲਿਸ਼ ਕਰਨ ਵਾਲਾ ਕਿਸ਼ਨ ਨਾਮ ਦਾ ਮੁੰਡਾ ਜਿਹੜਾ ਕਿ 9ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਆਪਣੇ ਫੀਸਾਂ ਅਤੇ ਕਿਤਾਬਾਂ ਦਾ ਖਰਚਾ ਕੱਢਣ ਲਈ ਉਹ ਸ਼ਾਮ ਨੂੰ ਬੂਟ ਪਾਲਿਸ਼ ਕਰਦਾ ਹੈ ਲੋਕਾਂ ਦੇ। ਹਾਂਜੀ, ਹੁਣ ਕੁਐਸਚਨ ਵੈਰੀ ਇੰਪੋਰਟੈਂਟ। ਕਿਸ਼ਨ ਕੌਣ ਹੈ ਅਤੇ ਕੀ ਕੰਮ ਕਰਦਾ ਹੈ? ਕਿਸ਼ਨ ਦਾ ਹੁਣ ਸਾਨੂੰ ਇਕਾਂਗੀ ਦੇ ਐਂਡ ਵਿੱਚ ਪਤਾ ਚੱਲਦਾ ਵੀ ਕਿਸ਼ਨ ਕੌਣ ਹੈ। ਇਕਾਂਗੀ ਦੇ ਅੰਤ ਵਿੱਚ ਕਿਸ਼ਨ ਬਾਰੇ ਪਤਾ ਚੱਲਦਾ ਹੈ ਕਿ ਇਕਾਂਗੀ ਦੇ ਵਿੱਚ ਕਿਸ਼ਨ ਪਹਿਲਾਂ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਦੇ ਤੌਰ 'ਤੇ ਪਹਿਲਾਂ ਤਾਂ ਸਾਨੂੰ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਦੇ ਤੌਰ 'ਤੇ ਸਾਡੇ ਸਾਹਮਣੇ ਪੇਸ਼ ਆਉਂਦਾ ਹੈ, ਪਰ ਇਕਾਂਗੀ ਦੇ ਅੰਤ ਵਿੱਚ ਜਦੋਂ ਉਸ ਦਾ ਅਧਿਆਪਕ ਉਸਦੇ ਦੋਸਤ ਉਸ ਨੂੰ ਪਹਿਚਾਣ ਕੇ ਉਸ ਦਾ ਨਾਮ ਲੈਂਦੇ ਹਨ ਤਾਂ ਸਾਨੂੰ ਉਸ ਦੇ ਨਾਮ ਬਾਰੇ ਪਤਾ ਲੱਗਦਾ ਹੈ। ਕਿਸ਼ਨ ਇੱਕ ਗਰੀਬ ਵਿਦਿਆਰਥੀ ਹੈ ਜੋ ਲੋਕਾਂ ਦੇ ਬੂਟ ਪਾਲਿਸ਼ ਕਰਕੇ ਆਪਣੀ ਫੀਸ ਅਤੇ ਕਿਤਾਬਾਂ ਕਾਪੀਆਂ ਜੋਗੇ ਪੈਸੇ ਇਕੱਠੇ ਕਰ ਲੈਂਦਾ ਹੈ। ਉਸ ਦੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਰੋਟੀ ਪਾਣੀ ਦਾ ਡੰਗ ਠਾ ਲੈਂਦੀ ਹੈ। ਉਹਦੀ ਮਾਂ ਜਿਹੜੀ ਲੋਕਾਂ ਦੇ ਕੱਪੜੇ ਸਿਉਂ ਕੇ ਘਰ ਰਸੋਈ ਦਾ ਖਰਚਾ ਕੱਢ ਲੈਂਦੀ ਹੈ, ਘਰ ਦਾ ਖਰਚਾ ਕੱਢ ਲੈਂਦੀ ਹੈ ਅਤੇ ਉਹ ਫੀਸ ਵਾਸਤੇ ਆਪਣੀ ਮਾਂ ਨੂੰ ਤੰਗ ਨਹੀਂ ਕਰਦਾ ਬਲਕਿ ਆਪਣੀ ਫੀਸ ਅਤੇ ਕਿਤਾਬਾਂ ਦਾ ਖਰਚਾ ਬੂਟ ਪਾਲਿਸ਼ ਕਰਕੇ ਕਰ ਲੈਂਦਾ ਹੈ। ਇਕਾਂਗੀ ਦੇ ਵਿਸ਼ਾ ਵਸਤੂ ਬਾਰੇ ਦੱਸੋ। ਇਕਾਂਗੀ ਦਾ ਵਿਸ਼ਾ ਵਸਤੂ ਮਤਲਬ ਸਾਰੀ ਇਕਾਂਗੀ ਕਿਸ ਦੁਆਲੇ ਘੁੰਮਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਜਿਹੜਾ ਕੁਐਸਚਨ ਤੁਸੀਂ ਕਰ ਲਿਆ ਉਹਨੂੰ ਸੇਮ ਟੂ ਸੇਮ ਲਿਖਣਾ, ਤੁਸੀਂ ਇਹਨੂੰ ਆਪਣੀ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹੋ, ਆਪਣੇ ਵਿਚਾਰਾਂ ਵਿੱਚ ਵੀ ਪੇਸ਼ ਕਰ ਸਕਦੇ ਹੋ। ਇਕਾਂਗੀ ਕਿਰਤ ਦਸਤਕਾਰ ਪ੍ਰਸਿੱਧ ਇਕਾਂਗੀਕਾਰ ਡਾਕਟਰ ਹਰਚਰਨ ਸਿੰਘ ਜੀ ਦੀ ਰਚਨਾ ਹੈ। ਇਸ ਇਕਾਂਗੀ ਵਿੱਚ ਉਹਨਾਂ ਨੇ ਮਨੁੱਖੀ ਕਦਰਾਂ ਕੀਮਤਾਂ ਨਾਲ ਸੰਬੰਧਿਤ ਵਿਸ਼ੇ ਨੂੰ ਲਿਆ ਹੈ। ਇੱਕ ਕੰਜੂਸ ਅਤੇ ਖੁੱਲ੍ਹੇ ਡੁੱਲੇ ਸੁਭਾਅ ਦੇ ਵਿਅਕਤੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ। ਇਕਾਂਗੀਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਾਡੇ ਦੇਸ਼ ਵਿੱਚ ਮਿਹਨਤ ਕਰਨ ਵਾਲਿਆਂ ਦੀ ਕਿੰਨੀ ਦੁਰਦਸ਼ਾ ਹੁੰਦੀ ਹੈ। ਜਿਹੜੇ ਮਿਹਨਤ ਕਰਦੇ ਆ, ਮਿਹਨਤ ਕਰਕੇ ਆਪਣਾ ਹੱਕ ਲੈਂਦੇ ਆ ਅਤੇ ਉਹਨਾਂ ਨੂੰ ਅਖੀਰ 'ਤੇ ਜਿਸ ਤਰ੍ਹਾਂ ਸੇਠ ਜਿਹੜਾ ਹੈ ਕਿਸ਼ਨ ਨੂੰ ਠੇਡਾ ਮਾਰਦਾ ਹੈ
ਤਾਂ ਕਿੰਨੀ ਦੁਰਦਸ਼ਾ ਹੁੰਦੀ ਹੈ। ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਵੀ ਨਹੀਂ ਪਾਇਆ ਜਾਂਦਾ ਅਤੇ ਨਾ ਹੀ ਕਿਰਤੀ ਦਾ ਸਤਿਕਾਰ ਕੀਤਾ ਜਾਂਦਾ, ਬਲਕਿ ਉਹਨੂੰ ਘਿਰਣਾ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ। ਇਹ ਨਹੀਂ ਦੇਖਦੇ ਵੀ ਉਹ ਇਨਸਾਨ ਜਿਹੜਾ ਆਪਣੀ ਪੜ੍ਹਾਈ ਦਾ ਖਰਚਾ ਕਰਨ ਲਈ ਆਪ ਮਿਹਨਤ ਕਰ ਰਿਹਾ। ਬਾਹਰਲੇ ਵਿਦੇਸ਼ਾਂ ਤਈਓ ਤਾਂ ਲੋਕ ਜਿਹੜੇ ਬੱਚੇ ਆ ਵਿਦੇਸ਼ਾਂ ਵਿੱਚ ਜਾ ਰਹੇ ਹਨ। ਵਿਦੇਸ਼ਾਂ ਵਿੱਚ ਤਾਂ ਇਹਨਾਂ ਚੀਜ਼ਾਂ ਦੀ ਕਦਰ ਹੁੰਦੀ ਹੈ, ਪਰੰਤੂ ਆਪਣੇ ਦੇਸ਼ ਵਿੱਚ ਹਜੇ ਵੀ ਇਸ ਦੀ ਕਦਰ ਨਹੀਂ ਹੈ। ਇਹ ਸਾਰੀ ਇਕਾਂਗੀ ਦਾ ਵਿਸ਼ਾ ਵਸਤੂ ਹੈ। ਕੇਸਰ ਅਤੇ ਸੇਠ ਦੇ ਸੰਵਾਦ ਤੋਂ ਕਿਸ ਤਰ੍ਹਾਂ ਦੇ ਵਿਚਾਰਾਂ ਦਾ ਪਤਾ ਲੱਗਦਾ? ਕੇਸਰ ਜਿਹੜਾ ਸਵਾਰੀ ਦੇ ਰੂਪ ਵਿੱਚ ਉੱਥੇ ਖੜਾ ਹੈ ਬੱਸ ਸਟੈਂਡ 'ਤੇ, ਅਤੇ ਸੇਠ ਦਾ, ਇਹਨਾਂ ਦਾ ਆਪਸ ਵਿੱਚ ਕੀ ਹੈ? ਇਸ ਇਕਾਂਗੀ ਵਿੱਚ ਕੇਸਰ ਅਤੇ ਸੇਠ ਦੇ ਸੰਵਾਦ ਤੋਂ ਉਹਨਾਂ ਦੀਆਂ ਆਦਤਾਂ ਅਤੇ ਵਿਚਾਰਾਂ ਬਾਰੇ ਪਤਾ ਚੱਲਦਾ ਹੈ। ਕੀ ਹੈ ਵੀ ਸਾਨੂੰ ਉਹ ਜਦੋਂ ਗੱਲਾਂ ਕਰਦੇ ਆ, ਗੱਲਾਂ ਬਾਤਾਂ ਤੋਂ ਹੀ ਉਹਨਾਂ ਦੀਆਂ ਆਦਤਾਂ ਅਤੇ ਸੁਭਾਅ ਦਾ ਪਤਾ ਲੱਗਦਾ ਹੈ। ਕੇਸਰ ਇੱਕ ਖੁੱਲ੍ਹੇ ਡੁੱਲੇ ਸੁਭਾਅ ਵਾਲਾ ਵਿਅਕਤੀ ਹੈ। ਉਹ ਹਾਸਾ ਮਜ਼ਾਕ ਕਰਨ ਵਾਲਾ ਹੈ, ਹਰ ਇੱਕ ਦੇ ਨਾਲ ਹਮਦਰਦੀ ਭਰਿਆ ਰਵੱਈਆ ਵੀ ਅਪਣਾਉਂਦਾ ਹੈ, ਦੂਸਰੇ ਨੂੰ ਵਿਅੰਗਾਤਮਕ ਢੰਗ ਨਾਲ ਸਹਿਜੇ ਹੀ ਗੱਲ ਕਹਿ ਵੀ ਦਿੰਦਾ ਹੈ ਅਤੇ ਉਸ ਦੀ ਆਦਤ ਦਾ ਇੱਕ ਹਿੱਸਾ ਹੈ। ਮਤਲਬ ਹਰੇਕ ਨੂੰ ਮਖੌਲੀ ਢੰਗ ਨਾਲ ਗੱਲ ਕਰ ਵੀ ਜਾਂਦਾ ਹੈ। ਕਿਸੇ ਲੋੜਵੰਦ ਦੀ ਸਹਾਇਤਾ ਨਾਲ ਵੀ ਉਹ ਆਪਣਾ ਫਰਜ਼ ਸਮਝਦਾ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ। ਪਰੰਤੂ ਦੂਸਰੇ ਪਾਸੇ ਜਿਹੜਾ ਸੇਠ ਹੈ, ਸੇਠ ਅਤਿ ਦਾ ਕੰਜੂਸ ਅਤੇ ਲਾਲਚੀ ਕਿਸਮ ਦਾ ਵਿਅਕਤੀ ਹੈ। ਉਹ ਉੱਚ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ। ਉੱਚ ਵਰਗ ਦਾ ਮਤਲਬ ਵੀ ਉਹ ਆਪ ਨੂੰ ਅਮੀਰ ਸਮਝਦਾ ਹੈ, ਦੇਖਣ ਨੂੰ ਵੀ ਅਮੀਰ ਲੱਗਦਾ ਹੈ, ਪਰ ਕਿਰਤ ਦਾ ਸਤਿਕਾਰ ਨਹੀਂ ਕਰਦਾ ਅਤੇ ਆਪਣੇ ਪੈਸੇ ਦੇ ਹੰਕਾਰ ਵਿੱਚ ਮੰਦਾ ਬੋਲਦਾ ਹੈ। ਹਾਂਜੀ, ਵੈਰੀ ਇੰਪੋਰਟੈਂਟ ਕੁਐਸਚਨ, ਇਸਤਰੀ ਪਾਤਰ ਦੀ ਕਿਸ਼ਨ ਨਾਲ ਹਮਦਰਦੀ ਕਿਉਂ ਹੈ? 3 ਨੰਬਰ ਦੇ ਵਿੱਚ ਤੁਹਾਨੂੰ ਕੁਐਸਚਨ ਆਏਗਾ। ਇਸ ਇਕਾਂਗੀ ਵਿੱਚ ਇੱਕ ਇਸਤਰੀ ਪਾਤਰ ਹੈ ਜਿਹੜੀ ਕਿ ਕਿਸ਼ਨ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ। ਜਦੋਂ ਕਿਸ਼ਨ ਬੂਟ ਪਾਲਿਸ਼ ਕਰਨ ਲਈ ਬੱਸ ਸਟੈਂਡ 'ਤੇ ਖੜ੍ਹੇ ਪਾਤਰਾਂ ਦੇ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਔਰਤ ਹੀ ਕਿਸ਼ਨ ਦੇ ਕੋਲੋਂ ਆਪਣੇ ਸੈਂਡਲ ਪਾਲਿਸ਼ ਕਰਵਾਉਂਦੀ ਹੈ। ਜਦੋਂ ਉਹ ਇਸਤਰੀ ਨੂੰ ਇਹ ਪਤਾ ਲੱਗਦਾ ਹੈ ਕਿ ਬੂਟ ਪਾਲਿਸ਼ ਕਰਨ ਵਾਲਾ ਕਿਸ਼ਨ ਮਿਹਨਤੀ ਅਤੇ ਪੜ੍ਹਾਈ ਕਰਨ ਵਾਲਾ ਬੱਚਾ ਹੈ ਤਾਂ ਉਸ ਦੀ ਮਦਦ ਕਰਨ ਦੇ ਮਕਸਦ ਨਾਲ ਉਸ ਦੀ ਮਜ਼ਦੂਰੀ ਤੋਂ ਵੀ ਉਸ ਨੂੰ ਦਵਾਨੀ ਦੇ ਦਿੰਦੀ ਹੈ ਅਤੇ ਨਾਲ ਹੀ ਇਹ ਸਮਝਦੀ ਹੈ ਕਿ ਕਿਸ਼ਨ ਵਰਗੇ ਮਿਹਨਤੀ ਅਤੇ ਹੋਣਹਾਰ ਬੱਚੇ ਵੱਡੇ ਹੋ ਕੇ ਕਿਰਤ ਦਾ ਸਤਿਕਾਰ ਜ਼ਰੂਰ ਕਰਵਾਉਣਗੇ। ਉਹ ਇਸਤਰੀ ਕਿਸ਼ਨ ਨਾਲ ਇਸ ਕਰਕੇ ਵੀ ਹਮਦਰਦੀ ਕਰਦੀ ਹੈ ਕਿਉਂਕਿ ਉਸਦੇ ਬਾਪ ਦਾ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਕਤਲ ਹੋ ਗਿਆ ਸੀ ਅਤੇ ਉਸਦੀ ਵਿਧਵਾ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਕਿਸ਼ਨ ਆਪ ਲੋਕਾਂ ਦੇ ਬੂਟ ਪਾਲਿਸ਼ ਕਰਕੇ ਆਪਣੀ ਸਕੂਲ ਦੀ ਫੀਸ ਅਤੇ ਕਿਤਾਬਾਂ ਕਾਪੀਆਂ ਦਾ ਖਰਚਾ ਵੀ ਪੂਰਾ ਕਰਦੀ ਸੀ, ਜਿਸ ਦੇ ਕਰਕੇ ਉਹ ਉਸਦੀ ਮਿਹਨਤ ਨੂੰ ਜਾਣਦੀ ਹੋਈ ਉਸਦੇ ਨਾਲ ਹਮਦਰਦੀ ਕਰਦੀ ਸੀ। ਇਕਾਂਗੀ ਕਿਰਤ ਸਤਿਕਾਰ ਦੇ ਸ਼ੁਰੂ ਵਿੱਚ ਦਿੱਲੀ ਦੇ ਬੱਸ ਅੱਡੇ ਦੇ ਉੱਪਰ ਕੌਣ ਖੜੇ ਸਨ? ਉਹੀ 3 ਜਣੇ ਦੱਸਣੇ ਹੈ। ਇੱਕ ਸੇਠ, ਉਹਦਾ ਮੁਨਸ਼ੀ, ਇੱਕ ਇਸਤਰੀ ਅਤੇ ਇੱਕ ਕੇਸਰ ਨਾਮ ਦਾ ਮੁੰਡਾ। 4 ਜਣੇ ਖੜੇ ਹੁੰਦੇ ਹੈ। ਸੇਠ ਨੇ ਕਿਸ ਤਰ੍ਹਾਂ ਦਾ ਪਹਿਰਾਵਾ ਪਾਇਆ? ਉਹੀ ਦੁੱਧ ਚਿੱਟੀ ਟੋਪੀ ਅਤੇ ਸ਼ੁੱਧ ਖੱਦਰ ਦੇ ਕੱਪੜੇ। ਸੇਠ ਕੁਝ ਕਾਹਲੀ ਅਤੇ ਘਬਰਾਹਟ ਵਿੱਚ ਕਿਉਂ ਸੀ? ਸੇਠ ਕੁਝ ਕਾਹਲੀ ਅਤੇ ਘਬਰਾਹਟ ਵਿੱਚ ਬੱਸ ਅੱਡੇ ਉੱਪਰ ਖੜੋਤਾ ਸੀ ਕਿਉਂਕਿ ਉਸਨੂੰ ਆਪਣੀ ਦੁਕਾਨ 'ਤੇ ਜਾਣ ਲਈ ਉਸਨੂੰ ਬਹੁਤ ਕਾਹਲ ਪਈ ਸੀ ਕਿਉਂਕਿ ਬੱਸ ਲੇਟ ਹੋਣ ਕਰਕੇ ਉਸਦਾ ਹਜ਼ਾਰਾਂ ਦਾ ਨੁਕਸਾਨ ਹੋ ਰਿਹਾ ਸੀ। ਆਪਣੀ ਦੁਕਾਨ 'ਤੇ ਜਾਣ ਲਈ ਕੋਈ ਟੈਕਸੀ ਕਿਉਂ ਨਹੀਂ ਕਰ ਲੈਂਦਾ? ਜਦੋਂ ਸੇਠ ਨੂੰ ਇੰਨੀ ਕਾਹਲੀ ਸੀ ਤਾਂ ਉਹ ਟੈਕਸੀ ਕਿਉਂ ਨਹੀਂ ਕਰਦਾ ਸੀ? ਸੇਠ ਕਿਉਂਕਿ ਬੇਹੱਦ ਕੰਜੂਸ ਅਤੇ ਲਾਲਚੀ ਕਿਸਮ ਦਾ ਆਦਮੀ ਸੀ। ਉਹ ਸਮਝਦਾ ਸੀ ਕਿ ਜੇਕਰ ਉਹ ਟੈਕਸੀਆਂ 'ਤੇ ਜਾਣਗੇ ਤਾਂ ਫਿਰ ਕਮਾਈਆਂ ਕਿਸ ਤਰ੍ਹਾਂ ਕਰਨਗੇ। ਮੁੰਡੇ ਨੇ ਆਪਣੀ ਕਮਾਈ ਬਾਰੇ ਜਾਣਕਾਰੀ ਦਿੰਦੇ ਹੋਏ ਔਰਤ ਨੂੰ ਕੀ ਜਵਾਬ ਦਿੱਤਾ? ਜਦੋਂ ਔਰਤ ਨੇ ਬੂਟ ਪਾਲਿਸ਼ ਕਰਨ ਵਾਲੇ ਮੁੰਡੇ ਨੂੰ ਪੁੱਛਿਆ ਕਿ ਉਹ ਕਿੰਨੇ ਕੁ ਪੈਸੇ ਕਮਾ ਲੈਂਦਾ ਹੈ ਤਾਂ ਉਸਨੇ ਉੱਤਰ ਦਿੰਦਿਆਂ ਕਿਹਾ ਕਿ ਰੁਪਇਆ ਦੇ ਲਈ ਕਮਾ ਲੈਂਦਾ ਹੈ। ਉਹ ਬਹੁਤਾ ਲਾਲਚ ਨਹੀਂ ਕਰਦਾ, ਬਸ ਫੀਸਾਂ ਅਤੇ ਕਿਤਾਬਾਂ ਜੋਗੇ ਪੈਸੇ ਕਮਾਉਣ ਲਈ ਹੀ ਉਹ ਮਿਹਨਤ ਕਰਦਾ ਹੈ। ਰੋਟੀ ਜੋਗੇ ਪੈਸੇ ਤਾਂ ਉਸਦੀ ਮਾਂ ਕੱਪੜੇ ਸਿਉਂ ਕੇ ਕਮਾ ਲੈਂਦੀ ਹੈ। ਬੇਟੇ ਇਹ ਪ੍ਰਸ਼ਨ ਸੀਗੇ ਜਿਹੜੇ 1 ਨੰਬਰ ਵਾਲੇ ਅਤੇ ਥੋੜ੍ਹੇ ਜਿਹੇ ਆਪਾਂ 3 ਨੰਬਰ ਵਾਲੇ ਕੀਤੇ ਆ। ਇਸ ਤੋਂ ਬਾਅਦ ਆਪਾਂ ਅਗਲੀ ਕਲਾਸ ਦੇ ਵਿੱਚ ਕਦਰਾਂ ਕੀਮਤਾਂ ਦੇ ਆਧਾਰਿਤ ਇਸ ਵਿੱਚੋਂ ਹੀ ਕੁਐਸਚਨ ਆਨਸਰ ਕਰਾਂਗੇ, ਜਿਹੜੇ ਕਿ ਤੁਸੀਂ ਦੱਸੋਗੇ ਮੈਂ ਤੁਹਾਨੂੰ ਵੀ ਤੁਸੀਂ ਕਿਵੇਂ ਇਸ ਨੂੰ ਆਪਣੀ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹੋ। ਤੁਹਾਨੂੰ ਇਕਾਂਗੀ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ ਵੀ ਹਾਂ ਇਸ ਇਕਾਂਗੀ ਦੇ ਵਿੱਚ ਕੀ ਹੈ, ਇੱਕ ਨਾਟਕਕਾਰ ਕੀ ਕਹਿਣਾ ਚਾਹੁੰਦਾ, ਇਕਾਂਗੀਕਾਰ ਕੀ ਕਹਿਣਾ ਚਾਹੁੰਦਾ ਹੈ। ਅਸੀਂ ਉਸ ਨੂੰ ਜਿਹੜੇ ਵਿਚਾਰ ਹੈਗੇ ਉਹ ਆਪਣੀ ਲੈਂਗੁਏਜ ਦੇ ਵਿੱਚ ਵੀ ਅਸੀਂ ਉਹਨੂੰ ਪੇਸ਼ ਕਰ ਸਕਦੇ ਹਾਂ। ਤੁਸੀਂ ਇਸ ਇਕਾਂਗੀ ਨੂੰ ਦੁਬਾਰਾ ਪੜ੍ਹਿਓ, 1 ਨੰਬਰ ਵਾਲੇ ਜਾਂ ਛੋਟੇ ਕੁਐਸਚਨ ਤੁਸੀਂ ਪੜ੍ਹਿਓ ਤਾਂ ਕਿ ਤੁਹਾਨੂੰ ਇਕਾਂਗੀ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਫਿਰ ਜਿਹੜੇ ਕਦਰਾਂ ਕੀਮਤਾਂ ਦੇ ਆਧਾਰ 'ਤੇ ਜਿਹੜੇ 3 ਨੰਬਰ ਵਾਲੇ ਪ੍ਰਸ਼ਨ ਹਨ ਤਾਂ ਕਿ ਅਸੀਂ ਉਹਨਾਂ ਨੂੰ ਸੋਲਵ ਕਰ ਸਕੀਏ। ਹਾਂਜੀ, ਧੰਨਵਾਦ ਬੇਟਾ।